ਤੁਸੀਂ ਦੇਖ ਰਹੇ ਹੋ ਜੀ ਚੈਨਲ ਨਿਊਜ਼ 28 ਪੰਜਾਬ। ਭ੍ਰਿਸ਼ਟਾਚਾਰ ਦੇ ਕੇਸ ਦਾ ਸਾਹਮਣਾ ਕਰ ਰਹੇ ਪਟਵਾਰੀ ਦਿਦਾਰ ਸਿੰਘ ਸ਼ੋਕਰਾਂ ਦੀ ਹਮਾਇਤ ਜਿੱਥੇ ਪਹਿਲਾਂ ਪਟਵਾਰੀ ਯੂਨੀਅਨ ਤੇ ਹੋਰ ਜਥੇਬੰਦੀਆਂ ਕਰ ਰਹੀਆਂ ਸਨ, ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਉਹਨਾਂ ਦੀ ਪਿੱਠ ਤੇ ਆ ਖੜਾ ਹੋਇਆ ਹੈ। ਪਟਵਾਰੀ ਦਿਦਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਜਿੱਥੇ ਵਿਜੀਲੈਂਸ ਵਿਭਾਗ ਨੂੰ ਉਹਨਾਂ ਦੇ ਘਰ ਤੋਂ ਮਿਲੀਆਂ 1 ਕਰੋੜ 70 ਲੱਖ ਦੀ कीमत ਦੀਆਂ ਰਜਿਸਟਰੀਆਂ, 25 ਲੱਖ ਨਗਦ ਅਤੇ ਪਟਵਾਰੀ ਵੱਲੋਂ ਲਾਏ ਗਏ ਨੰਬਰਦਾਰੀ ਭੱਤੇ ਬਾਰੇ ਸਪਸ਼ਟੀਕਰਨ ਪੇਸ਼ ਕੀਤਾ ਗਿਆ। ਉਹਨਾਂ ਹੀ ਉੱਥੇ ਹੀ ਉਹਨਾਂ ਹਲਕਾ ਵਿਧਾਇਕ ਤੇ ਇਹ ਦੋਸ਼ ਵੀ ਲਗਾਇਆ ਹੈ ਕਿ ਪੁਰਾਣੀ ਰੰਜਿਸ਼ ਕਾਰਨ ਉਹਨਾਂ ਦੇ ਪਰਿਵਾਰ ਨਾਲ ਸਿਆਸੀ ਕੜ ਕੱਢੀ ਜਾ ਰਹੀ ਹੈ। ਸ਼ਿਕਾਇਤਕਰਤਾ ਦੇ ਵੱਡੇ ਭਰਾ ਨੇ ਵੀ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦਿੰਦਿਆਂ ਕਿਹਾ ਹੈ ਕਿ ਉਸ ਤੇ ਤੋਂ ਤਾਂ ਪਟਵਾਰੀ ਨੇ ਕਦੇ ਵੀ ਪੈਸੇ ਦੀ ਮੰਗ ਨਹੀਂ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਪਟਵਾਰੀ ਦਿਦਾਰ ਸਿੰਘ ਇੱਕ ਇਮਾਨਦਾਰ ਅਤੇ ਨਿਰਧੜਕ ਇਨਸਾਨ ਹੈ ਤੇ ਪਰਿਵਾਰ ਵਿੱਚੋਂ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਸਰਦਾਰ ਸਿੰਘ ਮਾਨ ਦੀ ਹਮਾਇਤ ਕੀਤੀ ਗਈ ਸੀ, ਜਿਸ ਦੇ ਲਈ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਸਾਡੀ ਪਾਰਟੀ ਹਮੇਸ਼ਾ ਜਾਬਰ ਜ਼ੁਲਮ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਹੈ, ਜਿਸ ਨੂੰ ਹਰ ਕਿਸੇ ਦੀ ਬਰਦਾਸ਼ਤ ਨਹੀਂ ਕੀਤਾ ਜਾਵੇ। ਦੇਖਦੇ ਰਹੋ ਚੈਨਲ ਨਿਊਜ਼ 28 ਪੰਜਾਬ। ਪਟਵਾਰੀ ਦਿਦਾਰ ਸਿੰਘ ਜੀ ਕੀ ਲੱਗਦੇ ਨੇ? ਮੇਰੇ ਦਿਦਾਰ ਸਿੰਘ ਮੇਰਾ ਵੱਡੇ ਭਰਾ ਦਾ ਬੇਟਾ ਤੇ ਜਿਹੜਾ 1 ਕਰੋੜ 77 ਲੱਖ ਦੀ ਗੱਲ ਆ ਰਹੀ ਹੈ ਤੇ 33 ਰਜਿਸਟਰੀਆਂ ਦੀ ਕੀ ਕਹਿਣਾ ਚਾਹੁੰਦੇ ਹੋ? ਉਹਦੇ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ 14-15 ਰਜਿਸਟਰੀਆਂ ਨੇ ਜੋ ਦਿਦਾਰ ਸਿੰਘ ਪਟਵਾਰੀ ਲੱਗਾ 2004 ਤੋਂ ਉਦੋਂ ਪਹਿਲਾਂ ਦੀਆਂ ਨੇ, ਜਿਹੜੀਆਂ ਜਦ ਅਸੀਂ 14-15 ਰਜਿਸਟਰੀਆਂ ਪਹਿਲਾਂ ਲੈ ਸਕਦੇ ਹਾਂ ਉਦੋਂ ਬਾਅਦ ਵੀ ਲੈ ਸਕਦੇ ਹਾਂ। ਤੇ ਮੈਂ ਪੁਲਿਸ ਡਿਪਾਰਟਮੈਂਟ ਤੋਂ ਸਬ ਇੰਸਪੈਕਟਰ ਰਿਟਾਇਰ ਹੋਇਆ ਤੇ ਮੈਂ 34 ਸਾਲ ਦੀ ਨੌਕਰੀ ਕੀਤੀ ਹੈ ਤੇ ਮੇਰਾ ਜਿਹੜਾ ਛੋਟਾ ਬ੍ਰਦਰ ਹੈ ਉਹ ਸਤਵੰਤ ਸਿੰਘ ਬੈਂਕ 'ਚੋਂ ਮੈਨੇਜਰ ਹੋਇਆ ਤੇ ਬਚਿੱਤਰ ਸਿੰਘ ਮਰਚੈਂਟ ਨੇਵੀ 'ਚ ਕੈਪਟਨ ਸੇਲ ਕੀਤਾ ਤੇ ਮੇਰੇ ਭਤੀਜੇ ਗੁਰਪ੍ਰੀਤ ਸਿੰਘ ਜੋ ਮਰਚੈਂਟ ਨੇਵੀ ਦੇ ਵਿੱਚ ਵਾਈਸ ਕੈਪਟਨ ਹੈ। ਅਸੀਂ ਜੁਆਇੰਟ ਫੈਮਿਲੀ ਹਾਂ। ਸਾਰਾ ਅੱਜ ਤੱਕ ਸਾਡਾ ਹਿਸਾਬ ਕਿਤਾਬ ਇਕੱਠਾ ਹੈ। ਜੁਆਇੰਟ ਅਸੀਂ ਐਗਰੀਕਲਚਰ ਕਰਦੇ ਹਾਂ। ਜੁਆਇੰਟ ਹੀ ਜੋ ਰਹਿਸ਼ਾਂ ਨੇ ਸਾਡੀਆਂ ਇੱਕ ਦੂਏ ਦੀਆਂ, ਜਿਵੇਂ ਵਿੱਚ ਦਿਦਾਰ ਸਿੰਘ ਤੇ ਸਤਵੰਤ ਸਿੰਘ ਰਹਿੰਦਾ, ਮੈਂ ਇਕੱਲਾ ਰਹਿਣਾ, ਉਹ ਬਚਿੱਤਰ ਸਿੰਘ ਪਿੰਡ ਰਹਿੰਦਾ। ਤੇ ਜਿਹੜਾ ਇਹ ਸਾਡੇ ਤੇ ਇਲਜ਼ਾਮ ਲਾਏ ਨੇ ਇਹ ਸਾਡੇ ਪੋਲੀਟੀਕਲ ਤੌਰ ਤੇ ਲਾਏ ਨੇ ਤੇ ਇਹਦੇ ਵਿੱਚ ਸਾਡਾ ਦਿਦਾਰ ਸਿੰਘ ਦਾ ਕੋਈ ਫਾਲਟ ਨਹੀਂ, ਨਾ ਉਹਨੇ ਪੈਸੇ ਲਏ ਨੇ ਨਾ ਉਹ ਇਹ ਕੰਮ ਕਰਦਾ, ਸਮਝਦੇ। ਤੇ ਬਾਕੀ ਜਿਹੜੀਆਂ ਗੱਲਾਂ ਨੇ ਇਹ ਸਾਡੇ ਤੇ ਪੋਲੀਟੀਕਲ ਪ੍ਰੈਸ਼ਰ ਤੌਰ ਤੇ ਜਿਹੜੇ ਅਸੀਂ ਸਾਰੀ ਫੈਮਿਲੀ ਆ ਉਹ ਸਿਮਰਨਜੀਤ ਮਾਨ ਦੇ ਇਲੈਕਸ਼ਨ 'ਚ ਅਸੀਂ ਸਰਗਰਮ ਰਹੇ ਹਾਂ। ਇਸੇ ਕਰਕੇ ਸਾਡੇ ਵਿਰੋਧੀ ਜਿਹੜੇ ਨੇ ਗੱਜਣ ਮਾਜਰਾ ਸਾਹਿਬ ਉਹ ਸਾਡੇ ਤੇ ਜਿਹੜੇ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਉਕਸਾ ਕੇ ਸਾਡੇ ਬਰਖਲਾਫ ਕਾਰਵਾਈਆਂ ਕਰਨ ਲੱਗੇ ਹੋਏ ਨੇ ਤੇ ਲੋਕਾਂ ਤੋਂ ਜਿਹੜੇ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੂੰ ਕਹਿ ਕੇ ਵੀਡੀਓ ਵਾਇਰਲ ਕਰਾਈਆਂ ਜਾ ਰਹੀਆਂ ਨੇ। ਜਿਹੜਾ 25 ਲੱਖ ਰੁਪਈਆ ਮਿਲਿਆ ਵਿਜੀਲੈਂਸ ਨੂੰ ਉਹਦੇ ਬਾਰੇ 25 ਲੱਖ ਰੁਪਈਏ ਬਾਰੇ ਅਸੀਂ ਇਹ ਦੱਸਣਾ ਚਾਹੁੰਦਾ। ਮੇਰੀ ਭਰਜਾਈ ਗੁਰਦੇਵ ਕੌਰ ਨੇ ਤੇ ਮੇਰੀ ਭਰਜਾਈ ਜਗਜੀਤ ਕੌਰ ਨੇ ਦੋਨਾਂ ਨੇ 20 ਵਿਗੇ ਜ਼ਮੀਨ ਵੇਚੀ ਤੀ। ਉਹਦੀ 36 ਲੱਖ ਰੁਪਈਆ ਸਾਡੀ ਜਿਹੜੀ ਆ ਸਰਕਾਰੀ ਰਜਿਸਟਰੀ ਦਾ ਸੀਗਾ, ਉਹ 25 ਲੱਖ ਮੇਰੀ ਭਾਬੀ ਗੁਰਦੇਵ ਕੌਰ ਦੇ ਨਾਮ ਹੈ ਤੇ 12 ਲੱਖ ਰੁਪਈਆ ਜਿਹੜਾ ਉਹ ਜਗਜੀਤ ਕੌਰ ਦੇ ਖਾਤੇ 'ਚ ਗਿਆ ਸਰਕਾਰੀ ਤੌਰ ਤੇ, ਜੋ ਸਰਕਾਰੀ ਸਟਾਂਪ ਡਿਊਟੀ ਮੁਤਾਬਕ ਬਣਦੀ। ਉਹ 25 ਲੱਖ ਰੁਪਈਆ ਉਹ ਮੇਰੀ ਭਾਬੀ ਜੀ ਦੇ ਖਾਤੇ 'ਚ ਪਿਆ। ਜਿਹੜੀ 33 ਰਜਿਸਟਰੀ ਨੇ ਦਿਦਾਰ ਸਿੰਘ ਦੇ ਨਾਮ ਨਹੀਂ, ਦਿਦਾਰ ਸਿੰਘ ਦੇ ਨਾਮ ਤਾਂ ਨਹੀਂ ਹੋਣੀਆਂ। ਇੱਕ ਕੋਈ ਰਜਿਸਟਰੀ ਉਹਦੇ 'ਚੋਂ ਨਹੀਂ। ਦਿਦਾਰ ਸਿੰਘ ਦੇ ਨਾਮ 1-2 ਰਜਿਸਟਰੀਆਂ ਹੋ ਸਕਦੀਆਂ ਨੇ, ਕੋਈ ਰਜਿਸਟਰੀ ਨਹੀਂ ਉਹਦੇ ਨਾਮ। ਦਿਦਾਰ ਸਿੰਘ ਦੇ ਪਰਸਨਲ ਨਾਮ 'ਤੇ ਕੋਈ ਰਜਿਸਟਰੀ ਨਹੀਂ। ਜੁਆਇਨਿੰਗ ਤੋਂ ਬਾਅਦ ਕਿੰਨੀਆਂ ਹੈ? ਜੁਆਇਨਿੰਗ ਤੋਂ ਬਾਅਦ 10-12 ਹੋਣਗੀਆਂ। ਉਹ ਅਸੀਂ ਜੁਆਇੰਟ ਫੈਮਿਲੀ ਆ, ਉਹ ਵੱਖ-ਵੱਖ ਨਾਵਾਂ 'ਤੇ ਨੇ, ਜਿਵੇਂ ਜਗਜੀਤ ਕੌਰ ਦੇ ਆ, ਗੁਰਦੇਵ ਕੌਰ ਦੇ ਆ, ਜਾਂ ਮੇਰੀ ਮਿਸਿਸ ਦੇ ਨਾਮ ਹੈ ਉਹ ਵੱਖ-ਵੱਖ ਨੇ, ਸਮਝਦੇ ਹੋ, ਜਾਂ ਮੇਰੇ ਨਾਮ ਜਾਂ ਹੋਰ ਕਿਸੇ ਦੇ ਨਾਮ ਨੇ, ਉਹ ਵੱਖ-ਵੱਖ ਫੈਮਿਲੀ ਦੇ ਨਾਮ 'ਤੇ ਨੇ। ਪਰਚਾ ਕਰਾਇਆ ਤੁਸੀਂ ਦੇਖਿਆ ਵੀ ਵਿਰੋਧੀ ਪਾਰਟੀ ਆਪ ਵਾਲਿਆਂ ਨੇ ਜਾਂ ਇਹ ਹਾਂ ਜੀ, ਕਿਉਂ ਅਸੀਂ ਪਹਿਲਾਂ ਤੋਂ ਹੀ ਆ। ਇੱਕ ਮੇਰਾ ਬ੍ਰਦਰ ਜਿਹੜਾ ਛੋਟਾ ਹੈ ਉਹ ਰਸੋਈ ਵਿਆਹਿਆ ਸੀਗਾ। ਉਹ ਜਿਹੜੀ ਮੇਰੀ ਭਰਜਾਈ ਆ ਉਹਦਾ ਭਤੀਜਾ ਇਹਨਾਂ ਦੇ ਸਕੂਲ 'ਚ ਪੜ੍ਹਦਾ ਸੀਗਾ, ਉਹਦੀ ਡੈਥ ਹੋ ਗਈ ਸੀਗੀ। ਉਹ ਅਸੀਂ ਉਦੋਂ ਮਾੜਾ ਜਿਹਾ ਰੌਲਾ ਰੱਪਾ ਪਾਉਂਦੇ ਤੇ ਉਸ ਰੰਜਸ ਦੇ ਕਰਕੇ ਇਹ ਸਾਡੇ ਤੇ ਜਿਹੜੇ ਇਹਨਾਂ ਨੇ ਸਾਡੇ ਤੇ ਰੰਜਸ ਕੱਢਦੇ ਨੇ। ਤੁਸੀਂ ਕਹਿੰਦੇ ਵੀ ਐਮਐਲਏ ਦੇ ਕਹਿਣ ਤੇ ਪਰਚਾ? ਹਾਂ, ਇਹ ਐਮਐਲਏ ਦੇ ਕਹਿਣ ਤੇ ਪੋਲੀਟੀਕਲ ਸਟੰਟ ਹੈ। ਪੋਲੀਟੀਕਲ ਤੌਰ ਤੇ ਸਾਡੇ ਤੇ ਸਾਨੂੰ ਅਨਨੈਸੈਸਰੀ ਹਰਾਸਮੈਂਟ ਕੀਤਾ ਜਾ ਰਿਹਾ।
ਇਹ ਸਾਰੀਆਂ ਗੱਲਾਂ ਝੂਠੀਆਂ ਨੇ। ਨਾ ਦਦਾਰ ਸਿੰਘ ਨੇ ਪੈਸੇ ਲਏ ਨੇ, ਨਾ ਵੀਡੀਓ 'ਚ ਉੱਦੇ ਹਾਜ਼ਰ ਹੈ। ਤੇ ਇਹ ਸਾਡੇ ਤੇ ਸਾਰੇ ਪੋਲੀਟੀਕਲ ਤੌਰ ਤੇ ਸਾਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਸ਼ਿਕਾਇਤ ਬਾਅਦ ਕੋਰਟ ਜਾਓਗੇ? ਹਾਂ, ਕੋਰਟ 'ਚ ਬਾਅਦ 'ਚ ਜਾਵਾਂਗੇ ਉਹ, ਕਿਉਂ ਜੋ ਕੋਰਟ ਫੈਸਲਾ ਕਰੂ ਉਦੋਂ ਪਹਿਲਾਂ ਅਸੀਂ ਇਸ ਦੇ ਸੰਬੰਧ 'ਚ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ ਸਾਨੋ ਬਾਜਨ ਸਿੰਘ, ਪਿੰਡ ਸਲਾਰ, ਮੌਜੂਦਾ ਪੰਚ। ਅੱਛਾ ਜੀ, ਇਹ ਜਿਨ੍ਹਾਂ ਨੇ ਸ਼ਿਕਾਇਤ ਕਰਤਾ ਨੇ ਕੀ ਲੱਗਦੇ ਨੇ? ਉਹ ਮੇਰੇ ਛੋਟੇ ਭਰਾ ਨੇ। ਕੀ ਕਹਿਣਾ ਚਾਹੁੰਦੇ ਹੋ ਪੂਰੇ ਮਾਮਲੇ ਬਾਰੇ? ਮੈਂ ਇਹ ਰਿਸ਼ਵਤ ਮੰਗੀ ਗਈ? ਪੂਰੇ ਮਾਮਲੇ ਬਾਰੇ ਇਹ ਗੱਲ ਕਹਿਣਾ ਚਾਹੁੰਦਾ ਵੀ ਮੈਂ ਦਸੰਬਰ ਦੇ ਵਿੱਚ ਪਟਵਾਰੀ ਦਦਾਰ ਸਿੰਘ ਨੂੰ ਫਾਦਰ ਦਾ ਸਰਟੀਫਿਕੇਟ ਮੌਤ ਵਾਲਾ ਤੇ ਰਜਿਸਟਰਡ ਵਸੀਅਤ ਇੱਕ ਘੋਸ਼ਣਾ ਪੱਤਰ ਦੇ ਕੇ ਗਿਆ ਸੀ। ਜਦ ਮੈਂ ਮੇਰੇ ਨਾਲ ਨੰਬਰਦਾਰ ਵੀ ਸੀ, ਉਹਨਾਂ ਨੇ ਮੇਰੇ ਤੋਂ 1 ਰੁਪਈਆ ਨਹੀਂ ਮੰਗਿਆ ਪਟਵਾਰੀ ਸਾਹਿਬ ਨੇ। ਤੇ ਉਸ ਤੋਂ ਬਾਅਦ ਪਟਵਾਰੀ ਸਾਹਿਬ ਦੇ ਕਹਿਣ 'ਤੇ ਮੈਂ ਜਨਵਰੀ ਦੇ ਵਿੱਚ ਉਹਨਾਂ ਨੂੰ ਪ੍ਰਿੰਟ ਆਊਟ ਕਢਾ ਕੇ ਦੇ ਕੇ ਗਿਆ। ਤੇ ਉਸ ਤੋਂ ਬਾਅਦ ਫਿਰ ਮੈਂ ਰਾਜਸਥਾਨ ਚਲਿਆ ਗਿਆ। ਉਸ ਤੋਂ ਬਾਅਦ ਮੈਂ ਮਾਰਚ 'ਚ ਆਇਆ। ਫਿਰ ਮੈਨੂੰ ਪਟਵਾਰੀ ਨੇ ਕਿਹਾ ਵੀ ਤੇਰਾ ਕੰਮ ਤਿਆਰ ਹੈ, ਕੋਈ ਗੱਲ ਨਹੀਂ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਵੀ ਤੇਰਾ ਕੰਮ ਬਣ ਗਿਆ, ਵੀ ਤੇਰੇ ਕੋਈ ਉਹ ਨਹੀਂ ਹੈਗੀ। ਫਿਰ ਮੇਰੇ ਇੱਕ ਭਤੀਜੇ ਨੇ ਵੀ ਪਟਵਾਰੀ ਸਾਹਿਬ ਦੇ ਭਾਈ ਤੋਂ ਫੋਨ ਕਰਾਇਆ ਵੀ ਕੰਮ, ਉਹਨੇ ਵੀ ਪਟਵਾਰੀ ਸਾਹਿਬ ਨੇ ਗੱਲ ਕੀ ਹੈ ਮੇਰੇ ਭਤੀਜੇ ਨੂੰ ਵੀ ਹਾਂ ਤੁਹਾਡਾ ਕੰਮ ਹੋ ਗਿਆ। ਇਹ ਜਿਹੜਾ ਲੈਣ ਦੇਣ ਹੋਇਆ ਸਭ ਸਿਆਸੀ ਰੰਜਿਸ਼ ਹੈ, ਇਹਦੇ ਵਿੱਚ ਕੋਈ ਬੇਸ ਨਹੀਂ ਹੈਗਾ। ਜੋ ਵੀਡੀਓ ਬਣਾਈ ਵੀ ਹੈ ਸਭ ਗਲਤ ਬਣਾਈ, ਉਹ ਪਤਾ ਨਹੀਂ ਕਿਹੜੇ ਬੇਸ 'ਤੇ ਬਣਾਈ ਹੈ, ਕਿਵੇਂ ਬਣਾਈ ਹੈ ਜਾਂ ਕਿਵੇਂ ਨਹੀਂ ਬਣਾਈ। ਤੁਹਾਡਾ ਭਰਾ ਜਿਹੜਾ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਮੁੱਦੇ ਨੂੰ ਲੈ ਕੇ, ਔਰ ਨੰਬਰਦਾਰ ਦਾ ਇਹਦੇ ਵਿੱਚ ਕੀ ਰੋਲ ਆ? ਨੰਬਰਦਾਰ ਦਾ ਜੀ ਪੈਸੇ ਭਰਦਾ ਰੋਲ ਨਹੀਂ ਹੁੰਦਾ। ਸੋ ਨੰਬਰਦਾਰ ਨੇ ਕੋਈ ਪੈਸਾ ਲਿਆ ਨਹੀਂ, ਨੰਬਰਦਾਰ ਨੇ ਨਾ ਨੰਬਰਦਾਰ ਦਾ ਕੋਈ ਹੋਇਆ। ਉਹਨੂੰ ਨੰਬਰਦਾਰ ਨੂੰ ਜੇ ਹੁਣ ਕਹਿ ਦੇ ਵੀ ਉਹ ਧੱਕੇ ਨਾਲ ਪੈਸੇ ਫੜਾਉਣ ਵਾਲੀ ਗੱਲ ਹੋ ਗਈ, ਉਹਦੇ ਵਿੱਚ ਉਹਦਾ ਦੋਸ਼ ਕੋਈ ਨਹੀਂ ਹੈਗਾ ਨੰਬਰਦਾਰ ਦਾ। ਤੇ ਬਾਕੀ ਜੇ ਨੰਬਰਦਾਰ ਦੀ ਦੋਸ਼ ਵਾਲੀ ਗੱਲ ਹੈ, ਸਾਡੇ ਪਿੰਡ ਦੇ ਵਿੱਚ ਜਾ ਕੇ ਇਨਕੁਆਇਰੀ ਕਰਾਈ ਜਾ ਸਕਦੀ ਹੈ ਵੀ ਨੰਬਰਦਾਰ ਕਿਹੋ ਜਿਹਾ ਬੰਦਾ, ਵੀ ਨੰਬਰਦਾਰ ਦੀ ਬੈਕਗਰਾਉਂਡ ਕੀ ਹੈ, ਕਿੱਥੋਂ ਹੈ, ਕੀ ਗੱਲ ਹੈ, ਕੀ ਨਹੀਂ। ਤੇ ਪਟਵਾਰੀ ਨੂੰ ਫਸਾਉਣ ਵਿੱਚ ਉਹਦੀ ਕੀ ਮਨਸਾ ਹੋ ਸਕਦੀ ਤੁਹਾਡੇ ਭਰਾ ਦੀ? ਉਹ ਮੇਰੇ ਭਰਾ ਦੀ ਇਹ ਨਹੀਂ ਪਤਾ ਵੀ ਸਿਆਸੀ ਕੀ ਰੰਜਿਸ਼ ਸੀ, ਉਹਦੇ ਪਿੱਛੇ ਕੋਈ ਹੱਥ ਹੋਰ ਕਿਸੇ ਦਾ ਸੀ। ਉਹਦੀ ਕੋਈ ਰੰਜਿਸ਼ ਨਹੀਂ, ਉਹਦੇ ਵਿੱਚ ਹੱਥ ਹੋਰ ਤੀ। ਚਾਹੇ ਮੰਨ ਲਓ ਝੱਲ ਦਾ ਲਾ ਲਓ, ਚਾਹੇ ਸੁਖਜਿੰਦਰ ਸਿੰਘ ਝੱਲ ਇੱਕ ਪੱਤਰਕਾਰ ਹੈ, ਚਾਹੇ ਉਹਦਾ ਲਾ ਲਓ, ਚਾਹੇ ਹਲਕੇ ਦੇ MLA ਦਾ ਲਾ ਲਓ। ਤੇ ਜਦੋਂ ਤੁਹਾਡੇ ਭਰਾ ਨਾਲ ਗੱਲ ਹੋਈ ਇਸ ਮੁੱਦੇ ਨੂੰ ਲੈ ਕੇ ਤਾਂ ਕੀ ਕਹਿਣਾ ਸੀਗਾ ਉਹਨਾਂ ਦਾ? ਨਹੀਂ, ਮੈਨੂੰ ਉਹਦੇ ਨਾਲ ਗੱਲ ਹੀ ਨਹੀਂ ਹੋਈ। ਮੈਂ ਤਾਂ ਪਹਿਲਾਂ ਰਾਜਸਥਾਨ ਤੇ ਉਦੋਂ ਬਾਅਦ ਮੈਂ ਹਿਮਾਚਲ ਚਲਿਆ ਗਿਆ ਸੀ। ਜਦ ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਪਰਚਾ ਦਰਜ ਹੋਇਆ, ਆਹ ਗੱਲ ਹੋਈ ਹੈ ਬਾਅਦ। ਫਿਰ ਮੈਂ ਉਹਨੂੰ ਕਿਹਾ, ਉਹ ਗੱਲ ਮੇਰੇ ਤੋਂ ਟਾਲ ਮਟੋਲ ਕਰ ਗਿਆ। ਇਹ ਕਿਸੇ ਸਿਆਸੀ ਪਾਰਟੀ ਦਾ ਮੋਹਰਾ ਬਣ ਗਿਆ? ਸਿਆਸੀ ਪਾਰਟੀ ਦੀ ਮੋਹਰਾ ਬਣ ਗਿਆ। ਉਹ ਇੱਕ ਵਾਰੀ ਮੇਰੇ ਕੋਲ ਕੇਸ ਵਾਪਸ ਲੈਣ ਨੂੰ ਮੰਨ ਗਿਆ ਸੀ। ਉਸ ਤੋਂ ਬਾਅਦ ਮੁੜ ਕੇ ਪਤਾ ਨਹੀਂ ਉਹਨੂੰ ਫਿਰ ਉਹ ਬੰਦਿਆਂ ਨੇ ਫਿਰ ਚੱਕ ਲਿਆ ਦੁਬਾਰੇ, ਉਹਨਾਂ ਨੇ ਫਿਰ ਮਨਾ ਕਰ। ਹਾਂਜੀ ਵੀਰ ਜੀ, ਕੀ ਨਾਮ ਆ ਤੁਹਾਡਾ ਔਰ ਤੁਸੀਂ ਪਟਵਾਰੀ ਦਦਾਰ ਸਿੰਘ ਦੇ ਕੀ ਲੱਗਦੇ ਹੋ? ਮੈਂ ਪਟਵਾਰੀ ਦਦਾਰ ਸਿੰਘ ਦਾ ਵੱਡਾ ਭਰਾ ਬਚਿੱਤਰ ਸਿੰਘ, ਸਾਬਕਾ ਸਰਪੰਚ ਤੇ ਕੈਪਟਨ। ਮੈਂ ਮਰਚੈਂਟ ਨੇਵੀ ਦੇ ਵਿੱਚ ਸੇਲ ਕਰਦਾ ਰਿਹਾ, ਪਿੰਡ ਸ਼ੁਕਰਾਂ ਦੇ ਵਿੱਚ ਰਹਿ ਰਿਹਾ। ਇਹ ਜਿਹੜੇ ਦਦਾਰ ਸਿੰਘ ਪਟਵਾਰੀ ਦੇ ਉੱਪਰ ਪਹਿਲਾਂ ਮੈਂ ਸਪਸ਼ਟ ਕਰਨਾ ਚਾਹੁੰਦਾ, ਜਿਹੜਾ ਨੰਬਰਦਾਰੀ ਦੇ ਐਲੀਗੇਸ਼ਨ ਇਹਨਾਂ ਨੇ ਲਾਏ ਨੇ। ਮੈਂ 96 ਦੇ ਵਿੱਚ ਮਰਚੈਂਟ ਨੇਵੀ ਦੇ ਵਿੱਚ ਜੌਬ ਕਰਨ ਲੱਗ ਗਿਆ ਸੀਗਾ। ਛੋਟਾ ਬ੍ਰਦਰ ਮੇਰਾ ਉਹ ਗੁਰਦੁਆਰੇ ਚੱਲਿਆ ਗਿਆ ਸੀਗਾ, ਜਿਹੜਾ ਭੋਗੀਵਾਲ ਦਾ ਗੁਰਦੁਆਰੇ ਸੁੱਖ ਸਾਗਰ ਦਾ ਇੰਚਾਰਜ ਆ। ਪਰਿਵਾਰ ਦੇ ਵਿੱਚ ਮੇਰੇ ਚਾਚਾ ਜੀ ਉਹ ਪੁਲਿਸ ਦੇ ਵਿੱਚ ਸੀਗੇ, ਜੌਬ ਕਰਦੇ। ਇੱਕ ਬੈਂਕ ਦੇ ਵਿੱਚ ਮੈਨੇਜਰ ਸੀਗੇ ਚਾਚਾ ਜੀ। ਤੇ ਹੋਰ ਕੋਈ ਨੰਬਰਦਾਰੀ ਨਾ ਕਰਨ ਦੇ ਹੋਏ ਅਸੀਂ 96 ਦੇ ਵਿੱਚ ਕਹਿ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਦਦਾਰ ਸਿੰਘ ਨੂੰ ਨੰਬਰਦਾਰੀ ਦਿੱਤੀ। ਦਦਾਰ ਸਿੰਘ 2004 ਦੇ ਵਿੱਚ ਪਟਵਾਰੀ ਲੱਗਿਆ। 2096 ਤੋਂ 4 ਤੱਕ ਦੀਆਂ ਜਿਹੜੀਆਂ ਸਾਡੇ ਕੋਲੇ ਰਜਿਸਟਰੀਆਂ ਨੇ, ਉਹ 15 ਰਜਿਸਟਰੀਆਂ ਪਹਿਲਾਂ ਦੀਆਂ ਨੇ, ਜਿਹੜੀਆਂ ਕਿ ਇਹ 33 ਲੱਖ ਦੀਆਂ ਰਜਿਸਟਰੀਆਂ 1 ਕਰੋੜ 77 ਲੱਖ ਦੀਆਂ ਕਹਿ ਰਹੇ ਨੇ। ਬਾਕੀ ਜਿਹੜੀਆਂ ਉਹ ਬਾਅਦ ਦੇ ਵਿੱਚ ਨੇ, 2004 ਤੋਂ ਲਈਆਂ ਵੀ ਆ। ਜਦੋਂ ਅਸੀਂ 2004 ਤੋਂ ਪਹਿਲਾਂ 15 ਰਜਿਸਟਰੀਆਂ ਕਰਾ ਸਕਦੇ ਹਾਂ, ਤਾਂ ਬਾਅਦ ਦੇ ਵਿੱਚ ਜੇ ਪਟਵਾਰੀ ਨਹੀਂ ਵੀ ਲੱਗਦਾ ਤਾਂ ਵੀ ਅਸੀਂ ਕਰਾ ਸਕਦੇ ਸੀਗੇ। ਜਿਹੜੀਆਂ 33 ਰਜਿਸਟਰੀਆਂ ਨੇ ਕੱਲੀਆਂ ਪਟਵਾਰੀ ਦੇ ਸਿੰਘ ਦੇ ਨਾਮ ਨੇ ਜਾਂ ਪਟਵਾਰੀ ਦੇ ਇਹਦੇ ਕੋਈ ਨਾਂ ਨਹੀਂ ਹੈਗਾ ਜੀ, ਸਾਡੇ ਪਰਿਵਾਰਕ ਮੈਂਬਰਾਂ ਦੇ ਨਾਂ ਨੇ। ਅਸੀਂ 92 ਦੇ ਵਿੱਚ ਇਹ ਕੋਠੀ ਲਈ ਸੀਗੀ। ਆ ਜਿਹੜਾ ਦੂਜੀ ਗੱਲ, ਇਹ ਇੱਕ ਦੋਸ਼ ਲਾਉਂਦੇ ਨੇ ਵੀ 25 ਲੱਖ ਰੁਪਈਆ ਉਹਦੇ ਲੋਕਰ ਦੇ ਵਿੱਚੋਂ ਮਿਲਿਆ। ਆ ਅਸੀਂ ਜ਼ਮੀਨ ਵੇਚੀ ਸੀਗੀ, ਉਹਦੇ ਵਿੱਚ 24,40,000 ਮੇਰੀ ਮਾਤਾ ਦੇ ਨਾਂ ਜਮ੍ਹਾਂ ਕਰਾਇਆ, ਔਰ ਜਦੋਂ ਕਿ ਸਾਡੀ ਮਾਸੀ ਦੇ ਨਾਂ 12,20,000 ਰੁਪਈਆ ਜਗਜੀਤ ਕੌਰ ਦੇ, ਉਹ ਵੀ ਉਹਨਾਂ ਦੇ ਖਾਤੇ ਦੇ ਵਿੱਚ ਆ। ਤੇ ਮੈਂ 300 ਵਿਗੇ ਦੀ ਤਕਰੀਬਨ ਖੇਤੀ ਕਰਦਾ। 40 ਮੇਰੇ ਕੋਲ ਡੰਗਰ ਰੱਖੇ ਹੋਏ ਨੇ। 1,25,30,000 ਦਾ ਦੁੱਧ ਪਰ ਮੰਥਲੀ ਅਸੀਂ ਦੁੱਧ ਪਾਉਂਦੇ ਹਾਂ। ਉਹਦੇ ਵੀ ਮੇਰੇ ਕੋਲ ਰਿਕਾਰਡ ਨੇ। ਉਹ ਵੀ ਜਿਹੜਾ ਵੀ ਕੋਈ ਮੰਗੂਗਾ ਉਹਨੂੰ ਰਿਕਾਰਡ ਦਿਖਾ ਸਕਦੇ ਹਾਂ, ਜਾਂ ਦੋਜੀ ਤੋਂ ਆ ਕੇ ਇਨਕੁਆਇਰੀ ਕਰ ਸਕਦੇ। ਸਾਡਾ ਜਿਹੜਾ ਪਰਿਵਾਰ ਆ, ਉਹ ਐਤਕੀ ਅਸੀਂ ਪੋਲੀਟੀਕਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕੀਤੀ।
ਉਹਦੇ ਰੰਜਿਸ਼ ਦੇ ਕਰਕੇ ਹੀ ਸਾਨੂੰ ਇਹ ਫਸਾਇਆ ਜਾ ਰਿਹਾ। ਪਹਿਲਾਂ ਇਹਨਾਂ ਤੋਂ ਜਦੋਂ ਇਹ ਦੋਸ਼ ਨਹੀਂ ਸਿੱਧ ਹੋਏ ਸੰਗਰਾਮ ਸਿੰਘ ਜੀ ਤੋਂ, ਜਿਹੜੇ ਵਿਜੀਲੈਂਸ ਦੇ ਡਿਪਟੀ ਲੱਗੇ ਨੇ ਸੰਗਰੂਰ, ਜਦੋਂ ਇਹ 10,000 ਦਾ ਕੋਈ ਦੋਸ਼ ਸਿੱਧ ਨਾ ਕਰ ਸਕੇ, ਉਹ ਬਦਲਾਖੋਰੀ ਦੀ ਨੀਤੀ ਦੇ ਨਾਲ ਹੁਣ ਇਹ ਦੂਜੇ ਪਾਸੇ ਨੂੰ ਤੋਰ ਰਹੇ ਨੇ ਵੀ ਇਹ ਪ੍ਰਾਪਰਟੀਆਂ ਕਿੱਥੋਂ, ਜਦੋਂ ਸਾਤੋਂ ਇਹ ਇਨਕੁਆਇਰੀਆਂ, ਇਹਨਾਂ ਨੂੰ ਬਿਆਨ ਦੇਣ ਦੀ ਕੀ ਲੋੜ। ਇਹ ਵੀ ਪੋਲੀਟੀਕਲ ਹੀ ਬਿਆਨ ਦਵਾਏ ਜਾ ਰਹੇ ਨੇ। ਜੇ ਉਹਨਾਂ ਨੇ ਕੋਈ ਇਨਕੁਆਇਰੀ ਕਰਨੀ ਸੀ ਸਾਨੂੰ ਸੱਦ ਲੈਂਦੇ। ਜਦੋਂ ਰਾਤ ਨੂੰ ਅਸੀਂ ਸਾਰੀਆਂ ਰਜਿਸਟਰੀਆਂ ਉਹਨਾਂ ਨੂੰ ਦਿਖਾਈਆਂ, ਕੋਈ ਪਾਸੇ ਨਹੀਂ ਕੀਤਾ। ਲੋਕਰ ਦੀ ਚਾਬੀ ਇਹ ਜਿਹੜੀ ਇਹ ਕਹਿੰਦੇ ਨੇ, ਉਹ ਇਹਨਾਂ ਨੇ ਹੀ ਆ ਕੇ ਫੁੱਲਾ ਫੁੱਲੀ ਕੀਤੀ ਐਂ ਕਰਕੇ ਵੀ ਇੱਥੇ ਦੇਖ ਲਈਏ, ਉੱਧਰ ਚੱਕ ਦਈਏ, ਕਰ ਦਈਏ। ਉਹਦੇ ਵਿੱਚ ਹੋ ਸਕਦਾ ਆਸੇ ਪਾਸੇ ਹੋ ਜੂ। ਅਜੇ ਤੱਕ ਸਾਡਾ ਕੋਈ ਟਾਈਮ ਨਹੀਂ ਲੱਗਿਆ ਉਹਨੂੰ ਚਾਬੀ ਲੱਭਣ ਦਾ। ਜਦੋਂ ਲੱਭ ਗਈ ਅਸੀਂ ਇਹਨਾਂ ਨੂੰ ਆਪ ਸੱਦ ਕੇ ਉੱਥੋਂ ਕਾਲ ਕਰਕੇ ਦਿਖਾਵਾਂਗੇ ਵੀ ਲੋਕਰ ਦੇ ਵਿੱਚ ਆ ਕੇ ਚੈੱਕ ਕਰ ਲਾ। ਜਿਹੜਾ ਕਿ ਲੋਕਰ ਦੇ ਵਿੱਚ ਸਾਡੇ ਪਰਿਵਾਰ ਦਾ, ਮੈਂ ਪਿੰਡ ਦੇ ਵਿੱਚ ਇਕੱਲਾ ਰਹਿ ਰਿਹਾ, ਉਹ ਮੇਰੀ ਮਿਸਿਸ ਦਾ ਵੀ ਸੋਨਾ ਤੇ ਮੇਰੀ ਇਹਦੇ ਭਰਜਾਈ ਦਾ ਵੀ, ਉਹ ਸਾਡਾ ਸਾਂਝੇ ਤੌਰ 'ਤੇ ਸਾਰਾ ਕੁਛ ਆ ਉਹਦੇ ਵਿੱਚ ਰੱਖਿਆ ਹੋਇਆ। 33 ਰਜਿਸਟਰੀ ਦੀ ਕੀਮਤ ਦੱਸੀ 1.77 ਲੱਖ ਰੁਪਏ, ਇੰਨੀ ਬਣਦੀ ਹੈ ਜਾਂ ਘੱਟ ਹੈ? ਮਤਲਬ ਉਹ ਅਸੀਂ ਨਹੀਂ ਜੀ ਅਕਾਊਂਟ ਕੀਤੀ, ਕਿਉਂਕਿ ਸਾਡੀ ਤਾਂ ਹੁਣ ਪਿਛਲੇ ਸਾਲ ਹੀ ਗੰਨਾ ਮੇਰਾ 26-27 ਲੱਖ ਦਾ ਹੋਇਆ, ਉਹ ਜਿਹੜਾ ਕਿ ਮੇਰੇ ਨਾਂ 'ਤੇ ਸਾਰੀਆਂ ਪਰਚੀਆਂ ਨੇ। ਐਤਕੀ 24 ਕੁ ਲੱਖ ਦਾ 2 ਲੱਖ ਦਾ ਘਾਟਾ ਪੈ ਗਿਆ, ਜਿਵੇਂ ਹਰੇਕ ਫਸਲ 'ਚ ਗਰਮੀ ਵੱਧ ਪੈਣ ਨਾਲ ਘਾਟਾ ਹੋਇਆ। ਤੇ ਉਹ ਅਸੀਂ ਤਾਂ ਮਿਹਨਤੀ ਪਰਿਵਾਰ ਆ, ਪਹਿਲਾਂ ਤੋਂ ਹੀ ਮਿਹਨਤ ਕਰਦੇ ਹਾਂ, ਤੇ ਇਹ ਰਜਿਸਟਰੀਆਂ ਅਸੀਂ ਖਰੀਦਦੇ ਹਾਂ, ਹੋਰ ਗਾਹਾਂ ਨੂੰ ਵੀ ਖਰੀਦਾਂਗੇ। ਇਹ ਪਟਵਾਰੀ ਨਹੀਂ ਵੀ ਹੋਊਗਾ ਤਾਂ ਵੀ ਖਰੀਦਾਂਗੇ। ਕੀ ਇਹ ਸਾਰਾ ਜਿਹੜਾ ਘਟਨਾਕ੍ਰਮ ਹੋਇਆ ਕੀ ਸਮਝਦੇ ਹੋ? ਇਹ ਤਾਂ ਸਾਡੀ ਮਦਦ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਮਦਦ ਕੀਤੀ, ਜਿਨ੍ਹਾਂ ਨੂੰ ਕਿ 40,000 ਵੋਟ ਪੈ ਗਈ। ਬਸ ਉਸੇ ਹੁਣ ਜਿਮਨੀ ਚੋਣ ਮੂਹਰੇ ਆ ਰਹੀ ਆ, ਸਾਡੇ 'ਤੇ ਸਿਆਸੀ ਦਬਾਅ ਪਾ ਕੇ ਇਹ ਸਰਦਾਰ ਸਿਮਰਜੀਤ ਮਾਨ ਦੀ ਸਪੋਰਟ ਨਾ ਕਰਨ। ਜਿਹੜੇ ਕਿ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ, ਉਹ ਉੱਥੋਂ ਸੰਗਰੂਰ ਤੋਂ ਜਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖੜਨਗੇ। ਅਸੀਂ ਉਹਨਾਂ ਦੀ ਡਟ ਕੇ ਮਦਦ ਕਰਾਂਗੇ। ਨਾ ਹੀ ਸਾਡਾ ਪਰਿਵਾਰ ਕਦੇ ਕਿਸੇ ਵੀ ਪੋਲੀਟੀਕਲ, ਪਹਿਲਾਂ ਅਕਾਲੀ ਦਲ ਦੇ ਨਾਲ ਸਾਡਾ ਰੌਲਾ ਰਿਹਾ, ਉਹਨਾਂ ਤੋਂ ਨਹੀਂ ਅਸੀਂ ਝੁਕੇ ਕਦੇ ਵੀ। ਸਰਦਾਰ ਇਕਬਾਲ ਸਿੰਘ ਝੁੰਦਾ ਤੋਂ, ਹੁਣ ਨੇ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਆਮ ਆਦਮੀ ਪਾਰਟੀ ਵਾਲੇ, ਇਹਨਾਂ ਤੋਂ ਵੀ ਨਹੀਂ ਅਸੀਂ ਝੁਕਾਂਗੇ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਸੋਸ਼ਲ ਮੀਡੀਆ ਵਾਲੇ ਵੀਰਾਂ ਨੂੰ, ਵੀ ਇਹ ਸਾਡੇ ਕੋਲੇ ਪ੍ਰੂਫ ਨੇ, ਅਸੀਂ ਤੁਹਾਨੂੰ ਕੋਰਟ ਦੇ ਵਿੱਚ ਖਿੱਚ ਕੇ ਲੈ ਕੇ ਜਾਵਾਂਗੇ। ਇਹ ਆਪ ਦੀਆਂ ਥੱਲੇ ਕਮੈਂਟ ਕਰਨੇ ਜਾਂ ਉਹ ਕਰਕੇ ਅਸੀਂ ਸਾਰੇ ਸਕਰੀਨਸ਼ਾਟ ਲੈ ਕੇ ਰੱਖ ਰਹੇ ਹਾਂ। ਵਕੀਲ ਦੇ ਨਾਲ ਅਸੀਂ ਰਾਏ ਕਰਕੇ ਤੁਹਾਨੂੰ ਕਾਨੂੰਨੀ ਨੋਟਿਸ ਭੇਜਾਂਗੇ ਸਾਰਿਆਂ ਨੂੰ। ਇਹ ਵਿਸ਼ੇਸ਼ ਤੌਰ 'ਤੇ ਮੈਂ ਕਹਿਣਾ ਚਾਹੁੰਦਾ। ਕੀ ਅਗਲਾ ਸਟੈਪ ਹੋਊਗਾ ਹੁਣ? ਅਗਲਾ ਸਟੈਪ ਅਸੀਂ ਆਪਦਾ ਪਾਰਟੀ ਦੇ ਨਾਲ ਵਿਚਾਰ ਕਰਕੇ ਧਰਨਾ ਵੀ, ਜੇ ਲਾਉਣਾ ਪਿਆ ਸਾਨੂੰ ਧਰਨਾ ਵੀ ਅਸੀਂ ਲਗਾਵਾਂਗੇ। ਜਿਹੜਾ ਵਿਜੀਲੈਂਸ ਵੱਲੋਂ ਕਿਹਾ ਗਿਆ ਕਿ ਪਟਵਾਰੀ ਨਾਲ ਨੰਬਰਦਾਰ ਦੀ ਵੀ ਤਨਖਾਹ ਜਿਹੜੀ ਉਹ ਲੈ ਰਹੇ ਸੀਗੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹ ਦੇਖੋ ਜੀ, ਮੈਂ ਪਹਿਲਾਂ ਵੀ ਦੱਸਿਆ ਵੀ 96 ਦੇ ਵਿੱਚ ਮੈਂ ਬਾਹਰ ਜਾਣ ਕਰਕੇ ਇਹਨੂੰ ਹੀ ਸਾਡੇ ਦਾਦਾ ਜੀ ਦੀ ਡੈਥ ਹੋਣ ਕਰਕੇ ਇਹਨੂੰ ਨੰਬਰਦਾਰ ਬਣਾਇਆ ਗਿਆ। 4 ਦੇ ਵਿੱਚ ਇਹਨੂੰ ਜੌਬ ਲੱਗ ਗਈ। ਸਾਡਾ ਜਿਹੜਾ ਫਾਦਰ ਸੀਗੇ 91 ਦੇ ਵਿੱਚ ਖਾੜਕੂਬਾਦ ਨੇ ਸ਼ਿਕਾਰ ਹੋ ਗਏ ਸੀਗੇ, ਉਹਨਾਂ ਦੀ ਡੈਥ ਹੋ ਗਈ। ਉਸ ਪ੍ਰਾਇਓਰਟੀ 'ਤੇ ਇਹਨੂੰ ਜੌਬ ਮਿਲਣ ਕਰਕੇ ਨਾ ਹੀ ਅਸੀਂ ਕੋਈ ਉਹਦੀ ਪੈਨਸ਼ਨ ਅੱਜ ਤੱਕ ਲਈ ਆ। ਹੋ ਸਕਦਾ ਸੀ ਪਹਿਲਾਂ ਮਾੜੀ ਮੋਟੀ ਜਿਹੜੀ ਪੈਨਸ਼ਨ ਆਈ ਹੋਵੇ 2004 ਤੋਂ ਪਹਿਲਾਂ ਉਹ ਕਢਾ ਲਈ ਹੋਵੇ, ਉਸ ਤੋਂ ਬਾਅਦ ਦੀ ਕੋਈ ਵੀ ਪੈਨਸ਼ਨ ਅਸੀਂ ਨਹੀਂ ਕਢਾਈ। ਜਿਹੜੀ ਕਿ ਜਦੋਂ ਸਰਕਾਰ ਸਾਨੂੰ ਕਹੂ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਸੀਗਾ, ਅਸੀਂ ਉਹ ਵਾਪਸ ਕਰਾਂਗੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ। ਹਾਂਜੀ ਮਾਸਟਰ ਜੀ, ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪਟਵਾਰੀ ਦਦਾਰ ਸਿੰਘ ਨਾਲ ਇਹ ਵਾਪਰਿਆ? ਦੇਖੋ, ਤੁਹਾਡੇ ਸਾਰਿਆਂ ਨੂੰ ਪਤਾ ਹੈ, ਪਰਿਵਾਰ ਦਾ ਵੀ ਬਿਆਨ ਹੈਗਾ, ਲੋਕਾਂ ਨੂੰ ਵੀ ਪਤਾ ਹੈਗਾ ਵੀ ਐਤਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਲਗਭਗ ਹਲਕੇ ਦੇ ਸਾਰੇ ਇਮਾਨਦਾਰ ਪਰਿਵਾਰਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ, ਜਿਹਦੇ ਕਾਰਨ ਉਹਨਾਂ ਨੂੰ 40,000 ਇੱਥੋਂ ਵੋਟ ਪਈ ਹੈ। ਉਹ ਵੋਟ ਤੋਂ ਸਰਕਾਰ ਵੀ ਘਬਰਾਉਂਦੀ ਹੈ, ਤੇ ਜਿਹੜੇ ਸਿਆਸੀ ਬੰਦੇ ਨੇ ਉਹ ਸਾਰੇ ਹੁਣ ਇਹ ਚਾਹੁੰਦੇ ਨੇ ਵੀ ਇਹਨਾਂ ਬੰਦਿਆਂ ਨੂੰ ਕਿਸ ਤਰ੍ਹਾਂ ਤੋੜਿਆ ਜਾਵੇ। ਇਕੱਲੇ ਦੀਦਾਰ ਦੀ ਗੱਲ ਨਹੀਂ, ਮੇਰੇ ਕੋਲ ਹੋਰ ਬੰਦਿਆਂ ਨੇ ਵੀ ਬਹੁਤ ਅਪਰੋਚ ਕਰਕੇ ਸ਼ਿਕਾਇਤਾਂ ਕੀਤੀਆਂ ਨੇ। ਜਿਵੇਂ ਦੁੱਗਰੀ ਤੋਂ ਰਾਜੂ ਹੈ, ਨਹੀਂ ਤਾਂ ਉਹ ਘਰੇ ਜਾ ਕੇ ਕੁੱਟਿਆ, ਉਹਦੀ ਲੱਤ ਤੋੜ ਦਿੱਤੀ ਅੱਜ ਤੋਂ 6 ਮਹੀਨੇ ਪਹਿਲਾਂ। ਉਹ ਸਾਰੀਆਂ ਪਿਕਚਰਾਂ ਨੇ, ਸਾਰਾ ਕੁਛ ਉਹਦਾ ਕੇਸ ਕੀਤਾ ਹੋਇਆ। ਹੁਣ 6 ਮਹੀਨੇ ਤੋਂ ਬਾਅਦ ਹੁਣ ਆ ਕੇ ਸਿਆਸੀ ਦਬਾਅ ਦੇ ਨਾਲ ਉਹਦੇ 'ਤੇ ਵੀ ਕੇਸ ਕਰਾਤਾ। ਯਾਨੀ ਇਹ ਸਾਰਾ ਸਿਆਸੀ ਤੌਰ 'ਤੇ ਕਰਿਆ ਜਾ ਰਿਹਾ ਹੈ। ਇਹ ਸਤਿਕਾਰਤ ਪਰਿਵਾਰ ਹੈ, ਧਾਰਮਿਕ ਪਰਿਵਾਰ ਹੈ, ਸਿੱਖੀ ਮਰਿਆਦਾ ਦੇ ਪਰਿਵਾਰ ਹੈ। ਉਹ ਸਾਰਾ ਕੁਛ ਇਹ ਸਿਆਸੀ ਤੌਰ 'ਤੇ ਕੀਤਾ ਜਾ ਰਿਹਾ ਹੈ। ਉਹਦੇ ਵਾਸਤੇ ਅਸੀਂ ਇਸੇ ਕਰਕੇ ਸਾਡੀ ਪਾਰਟੀ ਹੈ ਜਿਹੜੀ ਅਸੀਂ ਇਹਨਾਂ ਦੀ ਡਟ ਕੇ ਮਦਦ ਕਰ ਰਹੇ ਹਾਂ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਦਾਇਤ ਹੈ ਕਿ ਤੁਸੀਂ ਪੂਰਾ ਹਲਕੇ ਦੇ ਵਿੱਚ ਸਾਥ ਦੇਣਾ ਹੈਗਾ। ਇਹ ਸੱਚਾਈ ਨਾਲ ਮਦਦ ਕੀਤੀ ਹੈ ਨੇ, ਅਸੀਂ ਵੀ ਇਹਨਾਂ ਦੀ ਮਦਦ ਕਰਾਂਗੇ, ਅਖੀਰ ਤੱਕ ਕਰਾਂਗੇ, ਕਿਉਂਕਿ ਸਾਨੂੰ ਪੂਰਨ ਭਰੋਸਾ ਹੈ ਵੀ ਇਹ ਪਰਿਵਾਰ ਜਿਹੜਾ ਹੈਗਾ ਇਮਾਨਦਾਰ ਪਰਿਵਾਰ ਹੈ। ਤੇ ਸਿਰਫ ਤੇ ਇਹਨੂੰ ਬਦਨਾਮ ਦੇਖੋ ਕਿਸ ਤਰ੍ਹਾਂ
ਜਦੋਂ ਕਿ ਇਨਕਮ ਟੈਕਸ ਦਾ ਕਰ ਲੈਣ, ਉਹ ਇੰਨੇ ਕਰੋੜ ਦੀਆਂ ਰਜਿਸਟਰੀਆਂ ਨੇ, ਇੱਕ ਬੰਦੇ ਦੀ ਕਰੋੜ ਰੁਪਏ ਦੀ 50-60 ਲੱਖ ਦੀ ਆਮਦਨ ਹੈ ਸਾਲ ਦੀ, ਕਿ ਉਹ 30-40 ਲੱਖ ਦੇ ਕੋਈ ਰਜਿਸਟਰੀ ਨਹੀਂ ਲੈ ਸਕਦਾ, ਕਰਾ ਸਕਦਾ। ਤੇ ਇਹ ਸਾਰਾ ਪਹਿਲਾਂ ਉਹਨਾਂ ਨੂੰ ਇਨਕੁਆਇਰੀ ਕਰ ਲੈਣੀ ਚਾਹੀਦੀ ਸੀਗੀ ਵੀ ਕਿਸ ਤਰ੍ਹਾਂ ਕੀਤਾ। ਜੇ ਉਹ ਨਹੀਂ ਸਾਬਤ ਕਰ ਦਿੱਤੇ ਫਿਰ ਬਿਆਨ ਦੇਣੇ ਚਾਹੀਦੇ ਸੀਗੇ। ਤੇ ਇਹ ਤਾਂ ਸਿਰਫ ਸਰੇਆਮ ਇਸ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਇਹਨਾਂ ਨੂੰ ਦਿਖਦਾ ਹੈ ਵੀ ਜਿਮਨੀ ਚੋਣ ਦੇ ਵਿੱਚ ਲੋਕ ਜਿਹੜੇ ਆਵਾਜ਼ ਹੈ ਲੋਕਾਂ ਦੀ, ਉਹਨੂੰ ਮੱਧਮ ਪਾਉਣ ਵਾਸਤੇ ਇਹ ਸਾਰੀਆਂ ਕਾਰਵਾਈਆਂ ਹੋ ਰਹੀਆਂ ਨੇ। ਤੇ ਉਹਦੇ ਵਾਸਤੇ ਅਸੀਂ ਵੀ ਜਦੋਜਹਿਦ ਕਰਦੇ ਹਾਂ। ਇਸੇ ਕਰਕੇ ਅਸੀਂ ਇਸ ਇਮਾਨਦਾਰ ਪਰਿਵਾਰ ਦੇ ਨਾਲ ਖੜ੍ਹੇ ਹਾਂ ਤੇ ਉਹਦਾ ਅਖੀਰ ਤੱਕ ਮਦਦ ਕਰਾਂਗੇ ਤੇ ਅਸੀਂ ਸੱਚ ਦੇ ਨਾਲ ਖੜਾਂਗੇ। ਕੀ ਨਾਮ ਆ ਤੁਹਾਡਾ? ਪਟਵਾਰੀ ਦਿਦਾਰ ਸਿੰਘ, ਤੇ ਜਿਹੜਾ ਕੇਸ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਹਰਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਮੈਂ ਕਈ ਦਿਨਾਂ ਤੋਂ ਮਹਿਸੂਸ ਕਰ ਰਿਹਾ ਸੀਗਾ ਵੀ ਜੋ ਇਹ ਘਟਨਾਕ੍ਰਮ ਚੱਲਿਆ ਜੀ, ਇਹਦੇ ਵਿੱਚ ਸਰਦਾਰ ਦਿਦਾਰ ਸਿੰਘ ਜੀਆਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਫਸਾਉਣ ਦੀ ਗਹਿਰੀ ਤੇ ਡੂੰਘੀ ਸਾਜ਼ਿਸ਼ ਹੈ, ਜਿਹਦਾ ਅਸੀਂ ਆਪਣੀ ਪਾਰਟੀ ਦੇ ਤੌਰ ਤੇ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਘੋਖ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਹੀ ਜ਼ਬਰ ਜ਼ੁਲਮ ਦੇ ਖਿਲਾਫ ਰਿਹਾ, ਭ੍ਰਿਸ਼ਟਾਚਾਰ ਦੇ ਬਿਲਕੁਲ ਖਿਲਾਫ ਅਸੀਂ ਰਹੇ ਹਾਂ, ਜ਼ਬਰ ਜ਼ੁਲਮ ਦੇ ਵੀ ਵਿਰੁੱਧ ਰਹੇ ਹਾਂ। ਕਿਸੇ ਨਾਲ ਵੀ ਕੋਈ ਵਿਤਕਰਾ, ਕੋਈ ਧੱਕਾ ਹੁੰਦਾ ਹੈ, ਉਹਦੇ ਲਈ ਵੀ ਪਾਰਟੀ ਖੜ੍ਹਦੀ ਹੈ। ਸੋ ਜਿਹੜੀਆਂ ਆਪ ਜੀ ਨੂੰ ਪਤਾ ਹੀ ਹੈ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਨੇ, ਇਹਨਾਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਮਰਗੜ੍ਹ ਹਲਕੇ ਤੋਂ ਆਪਣੀ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਚੋਣ ਲੜੀ, ਔਰ ਇਸ ਇਲਾਕੇ ਦੇ ਵਿੱਚ ਸਮੁੱਚੇ ਬਹੁਤ ਹੀ ਜਮਹੂਰੀਅਤ ਪਸੰਦ ਲੋਕਾਂ ਨੇ ਸਰਦਾਰ ਮਾਨ ਦੀ ਚੰਗੇ ਪਰਿਵਾਰਾਂ ਨੇ ਮਦਦ ਕੀਤੀ ਹੈ, ਜਿਹਦੇ ਵਿੱਚੋਂ ਦਿਦਾਰ ਸਿੰਘ ਜੀਆਂ ਦੇ ਭਾਵੇਂ ਉਹ ਜੌਬ ਕਰਦੇ ਨੇ, ਇਹਨਾਂ ਦਾ ਸਮੁੱਚਾ ਪਰਿਵਾਰ ਇਹ ਸੰਯੁਕਤ ਪਰਿਵਾਰ ਹੈ ਜੀ। ਇਸ ਪਰਿਵਾਰ ਦੇ ਸਾਰੇ ਪਦਵੰਤੇ ਸੱਜਣਾਂ ਨੇ ਮਾਨ ਸਾਹਿਬ ਦੇ ਨਾਲ ਸਪੋਰਟ ਕੀਤੀ ਹੈ। ਸੋ ਪਾਰਟੀ ਨੂੰ ਮਾਣ ਹੈ ਇਸ ਗੱਲ ਦਾ। ਦੂਸਰੀਆਂ ਪਾਰਟੀਆਂ ਵੀ ਭਾਵੇਂ ਇੱਥੇ ਚੋਣ ਲੜੀਆਂ ਨੇ, ਉਹਨਾਂ ਨੇ ਵੀ ਪਰਿਵਾਰ ਤੱਕ ਅਪਰੋਚ ਕੀਤੀ ਹੈ, ਪਰ ਪਰਿਵਾਰ ਦੇ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਚੰਗੇ ਪੜ੍ਹੇ ਲਿਖੇ ਪੰਜਾਬ ਦੀ ਕੌਮ ਦੀ ਗੱਲ ਕਰਨ ਵਾਲੇ ਲੀਡਰ ਸਨ। ਉਹਨਾਂ ਨੂੰ ਮੁੱਦੇ ਨਜ਼ਰ ਰੱਖਦੇ ਹੀ ਮਾਨ ਸਾਹਿਬ ਦੀ ਸਪੋਰਟ ਕੀਤੀ ਹੈ ਜੀ। ਅੱਜ ਤੁਸੀਂ ਇਹਨਾਂ ਦੀ ਸਪੋਰਟ ਤੇ ਆਏ ਹੋ? ਅਸੀਂ ਸਪੋਰਟ ਤੇ ਇਸ ਕਰਕੇ ਆਏ ਹਾਂ ਵੀ ਜਦੋਂ ਬੰਦੇ ਪਾਵਰ 'ਚ ਆ ਜਾਂਦੇ ਨੇ ਜੀ, ਉਹ ਪਿੰਡਾਂ ਦੇ ਵਿੱਚ ਜਿਹੜੇ ਮੋਹਤਬਰ ਚੰਗੇ ਸੱਜਣ ਹੁੰਦੇ ਨੇ, ਜਿਵੇਂ ਸਾਡੀ ਪਾਰਟੀ ਨਾਲ ਇਹ ਪਰਿਵਾਰ ਖੜ੍ਹਿਆ, ਇਹਨਾਂ 'ਤੇ ਦਮਨਕਾਰੀ ਚੱਕਰ ਚਲਾਉਣ ਵਾਲੀ ਪਾਲਿਸੀ ਦੇ ਤਹਿਤ ਜ਼ਬਰ ਕਰਨਾ ਚਾਹੁੰਦੇ ਆ ਜੀ। ਇਹ ਜ਼ਬਰ ਪਾਰਟੀ ਬਰਦਾਸ਼ਤ ਨਹੀਂ ਕਰਦੀ ਜੀ, ਕਿਉਂਕਿ ਦਿਦਾਰ ਸਿੰਘ ਦੇ ਆਪਣੇ ਵਿਭਾਗ ਦੇ ਵਿੱਚ ਉਹਨਾਂ ਦਾ ਚੰਗਾ ਨਾਮ ਹੈ। ਜਿਵੇਂ ਤੁਹਾਨੂੰ ਪਹਿਲਾਂ ਵੀ ਸਾਰੇ ਇੱਥੇ ਜਿਹੜੇ ਕਿਸਾਨ ਭਰਾ ਨੇ, ਉਹਨਾਂ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਹੀ ਹੈ ਵੀ ਦਿਦਾਰ ਸਿੰਘ ਸਾਡਾ ਫੋਨ ਤੇ ਹੀ ਕੰਮ ਕਰ ਦਿੰਦੇ ਸੀਗੇ। ਸੋ ਇਸ ਕਰਕੇ ਉਹਨਾਂ ਦਾ ਆਪਣਾ ਰਿਕਾਰਡ ਹੈ। ਠੀਕ ਹੈ, ਜਿਹੜੇ ਸਿਆਸੀ ਵਿਰੋਧੀ ਹੁੰਦੇ ਨੇ ਉਹਨਾਂ ਨੂੰ ਇਹ ਗੱਲਾਂ ਸ਼ਾਇਦ ਬਰਦਾਸ਼ਤ ਨਹੀਂ ਹੁੰਦੀਆਂ, ਉਹ ਇਹ ਪਾਲਿਸੀ ਦੇ ਤਹਿਤ ਹੀ ਦਮਨਕਾਰੀ ਪਾਲਿਸੀਆਂ ਦੇ ਤਹਿਤ ਕੰਮ ਕਰਦੇ ਨੇ। ਲੇਕਿਨ ਅਸੀਂ ਚਾਹੁੰਦੇ ਹਾਂ ਵੀ ਚਾਹੇ ਕੋਈ ਪਾਰਟੀ ਦੀ ਸਰਕਾਰ ਆ ਗਈ, ਉਹਨਾਂ ਨੂੰ ਇਹ ਨੀਤੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਕਰਦੀਆਂ ਸੀ ਇਹ ਨਹੀਂ ਅਪਣਾਉਣੀਆਂ ਚਾਹੀਦੀਆਂ। ਸਾਡੀਆਂ ਸਮੱਸਿਆਵਾਂ ਬਹੁਤ ਨੇ, ਸਾਡੀਆਂ ਸਮੱਸਿਆਵਾਂ ਲੋਕਾਂ ਦੀਆਂ, ਉਹਨਾਂ ਨੂੰ ਗੰਭੀਰਤਾ ਨਾਲ ਸੋਚ ਸਮਝ ਕੇ ਲੋਕਾਂ ਦੇ ਭਵਿੱਖ ਲਈ ਕੰਮ ਕਰਨਾ ਚਾਹੀਦਾ, ਨਾ ਕਿ ਕਿਸੇ ਤੇ ਦਮਨਕਾਰੀ ਚੱਕਰ ਚਲਾਉਣਾ। ਇਹ ਸਾਰਾ ਸਰਾਸਰ ਦਮਨਕਾਰੀ ਪਾਲਿਸੀ ਦੇ ਤਹਿਤ ਕੀਤਾ ਜਾ ਰਿਹਾ ਹੈ। ਕੀ ਤੁਹਾਡਾ ਕੀ ਹੋਊਗਾ ਅਗਲਾ ਸਟੈਪ ਜੇਕਰ ਨਹੀਂ ਇਨਸਾਫ ਮਿਲੇ? ਦੇਖੋ ਜੀ, ਸਾਡੀ ਪਾਰਟੀ ਹਰ ਜੋ ਸਾਨੂੰ ਡੈਮੋਕ੍ਰੇਟਿਕ ਰਾਈਟਸ ਨੇ ਉਹਦੇ ਮੁਤਾਬਕ ਅਸੀਂ ਲੜਾਈ ਲੜਾਂਗੇ, ਔਰ ਅਸੀਂ ਇਸ ਜੋ ਉਹਨਾਂ ਦੇ ਪਰਿਵਾਰ ਨਾਲ ਜੋ ਵੀ ਇਹ ਮਤਲਬ ਜ਼ਬਰ ਹੋ ਰਿਹਾ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਕੋਈ ਵੀ ਹੋਵੇ ਪੰਜਾਬ ਦੇ ਵਿੱਚ ਕਿਸੇ ਨਾਲ ਵੀ ਵਿਤਕਰਾ ਹੋਇਆ, ਤੁਸੀਂ ਹਿਸਟਰੀ ਦਾ ਚੱਕੋ, ਇਹ ਤਾਂ ਪਾਰਟੀ ਕੱਲ੍ਹ ਆਈ ਆ, ਥੋੜ੍ਹੀ ਉਮਰ ਦੀ ਪਾਰਟੀ ਆ ਆਮ ਆਦਮੀ ਪਾਰਟੀ। ਇਹ ਤਾਂ ਕਿਸੇ ਐਜੀਟੇਸ਼ਨ 'ਚ ਵੀ ਨਹੀਂ, ਸੰਘਰਸ਼ ਵੀ ਨਹੀਂ ਲੜਿਆ ਪਾਰਟੀ ਨੇ। ਠੀਕ ਆ, ਲੋਕ ਕਾਂਗਰਸੀਆਂ ਦੀਆਂ ਪਾਲਿਸੀਆਂ ਤੋਂ ਦੁਖੀ ਸੀ, ਪਹਿਲਾਂ ਦੂਸਰੀ ਪਾਰਟੀ ਤੋਂ ਦੁਖੀ ਸੀ, ਲੋਕਾਂ ਨੇ ਦੇਖਿਆ ਵੀ ਇਹਨਾਂ ਨੂੰ ਅਪਣਾ ਲਓ, ਅਪਣਾ ਤਾਂ ਲਏ, ਪਰ ਇਹਨਾਂ ਦਾ ਲੈਵਲ ਉਸ ਲੈਵਲ ਦਾ ਹੈ ਨਹੀਂ ਵੀ ਪੰਜਾਬ ਦੇ ਨਾਲ ਕੀ ਦੁਖਾਂਤ ਵਾਪਰੇ ਨੇ, ਪੰਜਾਬ ਦੀਆਂ ਸਮੱਸਿਆਵਾਂ ਕੀ ਨੇ, ਉਧਰ ਕੇਂਦਰਿਤ ਹੋਣਾ ਚਾਹੀਦਾ, ਨਾ ਕਿ ਇਹ ਪਰਿਵਾਰਕ ਤੌਰ ਤੇ। ਇਹ ਮੈਂ ਸਮਝਦਾ ਵੀ ਚੁਣੇ ਹੋਏ ਨੁਮਾਇੰਦੇ ਚਾਹੇ ਗੱਜਣ ਮਾਜਰਾ ਸਾਹਿਬ ਹੀ ਹੋਣ, ਉਹਨਾਂ ਨੂੰ ਇਸ ਪੱਧਰ ਤੋਂ ਉੱਪਰ ਉੱਠ ਕੇ ਵਿਚਰਨਾ ਚਾਹੀਦਾ ਕਿ ਉਹਨਾਂ ਦਾ ਇਲਾਕਾ ਹੈ, ਉਹਨਾਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਸੋਭਾ ਨਹੀਂ ਦਿੰਦੀ। ਇਹ ਸਾਡੀ ਪਾਰਟੀ ਵੀ ਮਹਿਸੂਸ ਕਰਦੀ ਹੈ ਵੀ ਅਸੀਂ ਚਾਹੁੰਦੇ ਹਾਂ ਵੀ ਉਹ ਸਾਡੇ ਨੁਮਾਇੰਦੇ ਨੇ, ਚੰਗੇ ਕੰਮ ਕਰਨ।